ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਸੰਦੀਪ ਸਿੰਘ, ਲੈਕਚਰਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ। ਅੱਜ ਆਪਾਂ ਇਲੈਕਟ੍ਰੋਨਿਕ ਡਿਵਾਈਸਿਸ ਐਂਡ ਸਰਕਿਟ ਦਾ ਨੈਕਸਟ ਟੌਪਿਕ ਪੜ੍ਹਾਂਗੇ। ਟੌਪਿਕ ਦਾ ਨਾਮ ਆਪਣੇ ਕੋਲ ਟਰਾਂਸਫਾਰਮਰ ਕਪਲਡ ਐਂਪਲੀਫਾਇਰ। ਠੀਕ ਹੈ, ਆਰਸੀ ਕਪਲਡ ਐਂਪਲੀਫਾਇਰ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ। ਉਹਦੇ ਵਿੱਚ ਕਪਲਿੰਗ ਆਰ ਰੈਜ਼ਿਸਟੈਂਸ ਐਂਡ ਕਪੈਸਿਟਰ ਯੂਜ਼ ਕਰਕੇ ਕਰਦੇ ਸੀ ਆਪਾਂ। ਠੀਕ ਹੈ, ਟਰਾਂਸਫਾਰਮਰ ਕਪਲਡ ਐਂਪਲੀਫਾਇਰ ਦੇ ਵਿੱਚ ਆਪਾਂ ਕਪਲਿੰਗ ਟਰਾਂਸਫਾਰਮਰ ਯੂਜ਼ ਕਰਕੇ ਕਰਦੇ ਹਾਂ। ਸੇਮ ਹੈ, ਇਹਦੇ 'ਚ ਦੋ ਸਟੇਜਿਸ ਇਹਦੇ ਵਿੱਚ ਲੱਗੀਆਂ ਹੋਈਆਂ। ਦਿਸ ਇਜ਼ ਕਾਲਡ ਐਜ਼ ਫਸਟ ਸਟੇਜ, ਦਿਸ ਇਜ਼ ਕਾਲਡ ਐਜ਼ ਸੈਕਿੰਡ ਸਟੇਜ। ਠੀਕ ਹੈ, ਦੋ ਟਰਾਂਸਫਾਰਮਰ ਲੱਗੇ ਹੋਏ ਆ, ਕਪਲਿੰਗ ਟਰਾਂਸਫਾਰਮਰ ਐਂਡ ਆਊਟਪੁੱਟ ਟਰਾਂਸਫਾਰਮਰ। ਠੀਕ ਹੈ, ਮਤਲਬ ਇਹਦੇ 'ਚ ਆਪਾਂ ਪਹਿਲੀ ਸਟੇਜ ਦੀ ਆਊਟਪੁੱਟ ਨੂੰ ਦੂਜੀ ਸਟੇਜ ਦੀ ਇਨਪੁੱਟ ਨਾਲ ਕਪਲਿੰਗ ਕੀਤੀ ਹੋਈ ਹੈ। ਕਾਹਦੇ ਥਰੂ? ਟਰਾਂਸਫਾਰਮਰ। ਠੀਕ ਹੈ, ਆਰਸੀ ਕਪਲਡ 'ਚ ਕਪਲਿੰਗ ਕਾਹਦੇ ਨਾਲ ਕੀਤੀ ਹੋਈ ਸੀ? ਰੈਜ਼ਿਸਟੈਂਸ ਐਂਡ ਕਪੈਸਿਟਰ ਯੂਜ਼ ਕਰਕੇ। ਬਾਕੀ ਸਾਰੀ ਫੰਕਸ਼ਨ ਸੇਮ ਹੈ ਇਹਦਾ ਸਾਰਾ। ਠੀਕ ਹੈ, ਪਾਵਰ ਸਪਲਾਈ ਵੋਲਟੇਜ ਦਿੱਤੀ ਹੋਈ ਹੈ। R1 R2 RECE ਆਰ ਯੂਜ਼ਡ ਫॉर ਬਾਇਸਿੰਗ ਪਰਪਸ। ਠੀਕ ਹੈ, ਕਿਊ ਪੁਆਇੰਟ ਨੂੰ ਲੋਡ ਲਾਈਨ ਤੇ ਐਕਟਿਵ ਰੀਜਨ ਦੇ ਵਿੱਚ ਰੱਖਣ ਲਈ ਆਪਾਂ ਬਾਇਸਿੰਗ ਕਰਦੇ ਹਾਂ। ਇਹ ਬਾਇਸਿੰਗ ਦਾ ਨਾਮ ਹੈ ਪੋਟੈਂਸ਼ੀਅਲ ਡਿਵਾਈਡਰ ਬਾਇਸਿੰਗ। ਠੀਕ ਹੈ, ਸਮਝ ਆ ਗਈ। ਇਨਪੁੱਟ ਤੇ ਕਪੈਸਿਟਰ ਲੱਗਿਆ ਹੋਇਆ ਸੀਨ, ਸੇਮ AC ਨੂੰ ਪਾਸ ਕਰਨ ਵਾਸਤੇ, DC ਨੂੰ ਬਲੌਕ ਕਰਨ ਵਾਸਤੇ। ਠੀਕ ਹੈ, ਤਾਂ ਕਿ ਆਪਣੇ ਕੋਲੇ ਡਿਸਟੋਰਸ਼ਨ ਨਾ ਆਵੇ ਆਊਟਪੁੱਟ ਤੇ। ਮਤਲਬ ਸਿਗਨਲ ਡਿਸਟੋਰਟ ਹੋ ਕੇ ਆ ਜਾਂਦਾ ਨਾ ਜੇ ਅਗਰ DC ਮਿਕਸ ਹੋਵੇ, ਉਹਨੂੰ ਰੋਕਣ ਲਈ ਕਪੈਸਿਟਰ ਲੱਗਿਆ ਹੋਇਆ ਇਨਪੁੱਟ ਤੇ। ਦੋ ਟਰਾਂਸਫਾਰਮਰ ਨੇ। ਠੀਕ ਹੈ, ਇੱਕ ਟਰਾਂਜ਼ਿਸਟਰ ਲੱਗਿਆ Q1, ਦੂਸਰਾ ਟਰਾਂਜ਼ਿਸਟਰ ਆ ਵਾਲਾ Q2, ਜਿਹੜਾ ਕਿ ਕੰਮ ਕਰਦਾ ਐਜ਼ ਏ ਐਂਪਲੀਫਾਇਰ ਦਾ। ਠੀਕ ਹੈ, ਐਂਪਲੀਫਾਈ ਕਰੂਗਾ ਸਿਗਨਲ ਨੂੰ। ਇਹਦੇ ਬੇਸ ਕਰੰਟ ਜਿਹੜਾ ਹੋਊਗਾ ਉਹਨੂੰ ਬੀਟੇ ਨਾਲ ਮਲਟੀਪਲਾਈ ਹੋ ਕੇ, ਕਿਉਂਕਿ ਐਕਟਿਵ ਰੀਜਨ 'ਚ IC ਕਲੈਕਟਰ ਕਰੰਟ ਹੁੰਦਾ ਜਿਹੜਾ ਇੱਥੇ ਫਲੋ ਕਰੂਗਾ, ਉਹ ਕੀ ਹੁੰਦਾ? ਬੀਟਾ IB। ਠੀਕ ਹੈ, IC ਕੀ ਹੁੰਦਾ? ਬੀਟਾ IB। ਇੱਥੇ ਜਿਹੜਾ IB ਕਰੰਟ ਫਲੋ ਕਰੂਗਾ, IC ਕੀ ਹੁੰਦਾ? ਮਤਲਬ ਬੀਟੇ ਨਾਲ ਮਲਟੀਪਲਾਈ ਹੋ ਕੇ ਬੇਸ ਕਰੰਟ ਆਪਣੇ ਕੋਲ IC ਆ ਜਾਊ। ਠੀਕ ਹੈ, ਮਤਲਬ ਕੀ ਹੋ ਗਿਆ? ਆਪਣੇ ਕੋਲ ਕਲੈਕਟਰ 'ਤੇ ਜਿਹੜਾ ਕਰੰਟ ਆ ਉਹ ਐਂਪਲੀਫਾਈ ਹੋ ਕੇ ਆ ਗਿਆ। ਕਿੰਨੇ ਟਾਈਮ? ਬੀਟਾ ਟਾਈਮ ਐਂਪਲੀਫਾਈ ਹੋ ਕੇ ਆ ਗਿਆ। ਸਮਝ ਗਏ? ਇੰਨੀ ਫੰਕਸ਼ਨ ਹੀ ਹੈ। ਹੁਣ ਆਪਾਂ ਨੈਕਸਟ ਪੜ੍ਹਦੇ ਹਾਂ। ਟਰਾਂਸਫਾਰਮਰ ਇਜ਼ ਯੂਜ਼ ਟੂ ਟਰਾਂਸਫਰ ਦਾ AC ਆਊਟਪੁੱਟ ਵੋਲਟੇਜ ਆਫ ਫਸਟ ਸਟੇਜ ਟੂ ਦੀ ਇਨਪੁੱਟ ਆਫ ਦੀ ਸੈਕਿੰਡ ਸਟੇਜ। ਠੀਕ ਹੈ, ਟਰਾਂਸਫਾਰਮਰ ਕੀ ਕੰਮ ਕਰਦਾ ਹੈਗਾ? AC ਆਊਟਪੁੱਟ ਵੋਲਟੇਜ ਜਿਹੜੀ ਪਹਿਲੀ ਸਟੇਜ ਦੀ, ਉਹਨੂੰ ਦੂਜੀ ਸਟੇਜ ਦੀ ਇਨਪੁੱਟ 'ਤੇ ਅਪਲਾਈ ਕਰ ਦਿੰਦਾ। ਸਮਝ ਗਏ? ਕਿਉਂਕਿ DC ਤਾਂ ਬਲੌਕ ਕਰਤੀ ਸੀ ਕਪੈਸਿਟਰ ਨੇ, ਤਾਂ ਜਿਹੜੀ AC ਆਊਟਪੁੱਟ ਆਊਗੀ, ਜਿਹੜੀ ਪਹਿਲੀ ਸਟੇਜ ਐਂਪਲੀਫਾਈ ਕਰ ਦੂਗੀ, ਉਸ ਤੋਂ ਬਾਅਦ ਜਿਹੜੀ AC ਆਊਟਪੁੱਟ ਆਊਗੀ, ਟਰਾਂਸਫਾਰਮਰ ਉਹਨੂੰ ਕੀ ਕਰਦਾ? ਸੈਕਿੰਡ ਸਟੇਜ ਦੀ ਇਨਪੁੱਟ 'ਤੇ ਭੇਜ ਦਿੰਦਾ। ਸਮਝ ਆ ਗਈ? ਦੇਖੋ, ਆਹ ਵਾਲਾ ਟਰਾਂਸਫਾਰਮਰ ਹੈ T1। ਠੀਕ ਹੈ, ਇੱਥੇ ਕਲੈਕਟਰ ਜੰਕਸ਼ਨ 'ਤੇ ਪਹਿਲੀ ਸਟੇਜ ਦੀ ਆਊਟਪੁੱਟ ਆ ਜੂਗੀ ਆਪਣੇ ਕੋਲੇ। ਉਹਨੂੰ ਕੀ ਕਰੂਗਾ ਟਰਾਂਸਫਾਰਮਰ? ਦੂਜੀ ਸਟੇਜ ਦੀ ਇਨਪੁੱਟ 'ਤੇ, ਆਹ ਦੇਖੋ ਕਨੈਕਸ਼ਨ ਦਿੱਤਾ ਹੋਇਆ ਬੇਸ 'ਤੇ, ਸੈਕਿੰਡ ਸਟੇਜ ਦੇ। ਠੀਕ ਹੈ, ਦੂਜੀ ਸਟੇਜ ਦੀ ਬੇਸ 'ਤੇ ਇਨਪੁੱਟ 'ਤੇ ਅਪਲਾਈ ਕਰ ਦੂਗਾ। ਸਮਝ ਗਏ? ਐਂਡ ਰਜਿਸਟਰ ਆਰਸੀ ਕਪਲਡ ਐਂਪਲੀਫਾਇਰ ਦੀ ਗੱਲ ਕਰ ਰਹੇ ਇੱਥੇ। ਜਿਹੜਾ ਰਜਿਸਟਰ RC, ਉਹਨੂੰ ਰਿਪਲੇਸ ਕਾਹਦੇ ਨਾਲ ਕਰਤਾ ਇੱਥੇ ਆਪਾਂ? ਟਰਾਂਸਫਾਰਮਰ ਦੀ ਪ੍ਰਾਇਮਰੀ ਵਾਈਂਡਿੰਗ ਨਾਲ। ਦੇਖੋ ਇੱਥੇ ਟਰਾਂਸਫਾਰਮਰ ਦੀ ਪ੍ਰਾਇਮਰੀ ਵਾਈਂਡਿੰਗ ਆ P ਲਿਖਿਆ ਹੋਇਆ ਨਾ, ਆਹ ਵਾਲਾ। ਠੀਕ ਹੈ, ਦਿਸ ਇਜ਼ ਕਾਲਡ ਐਜ਼ ਪ੍ਰਾਇਮਰੀ ਵਾਈਂਡਿੰਗ ਆਫ ਟਰਾਂਸਫਾਰਮਰ। S ਲਿਖਿਆ ਹੋਇਆ, ਇਟ ਇਜ਼ ਕਾਲਡ ਐਜ਼ ਸੈਕੰਡਰੀ ਵਾਈਂਡਿੰਗ ਆਫ ਟਰਾਂਸਫਾਰਮਰ। ਇਹ ਟਰਾਂਸਫਾਰਮਰ ਦਾ ਸਿੰਬਲ ਹੈ। ਠੀਕ ਹੈ, ਮਤਲਬ ਇੱਥੇ ਆਪਣੇ ਕੋਲੇ RC ਕਪਲਡ ਦੇ ਵਿੱਚ RC ਰਜਿਸਟਰ ਲੱਗਿਆ ਹੋਇਆ ਸੀ ਕਲੈਕਟਰ 'ਤੇ, ਜਿਹੜਾ ਰਜਿਸਟਰ ਲੱਗਿਆ ਹੋਇਆ ਸੀ। ਠੀਕ ਹੈ, ਉਹਨੂੰ RC ਕਹਿੰਦੇ ਸੀ ਆਪਾਂ। ਉਹਨੂੰ ਕਾਹਦੇ ਨਾਲ ਰਿਪਲੇਸ ਕਰਤਾ? ਪ੍ਰਾਇਮਰੀ ਵਾਈਂਡਿੰਗ ਆਫ ਟਰਾਂਸਫਾਰਮਰ। ਠੀਕ ਹੈ, ਐਂਡ ਸੈਕੰਡਰੀ ਵਾਈਂਡਿੰਗ ਆਫ ਟਰਾਂਸਫਾਰਮਰ ਰਿਪਲੇਸ ਦਾ ਵਾਇਰ ਬਿਟਵੀਨ ਵੋਲਟੇਜ ਡਿਵਾਈਡਰ ਐਂਡ ਬੇਸ ਆਫ ਸੈਕਿੰਡ ਸਟੇਜ। ਠੀਕ ਹੈ, ਸੈਕੰਡਰੀ ਸਾਈਡ ਹੈ ਜਿਹੜੀ ਟਰਾਂਸਫਾਰਮਰ ਦੀ, ਸੈਕੰਡਰੀ ਵਾਈਂਡਿੰਗ ਹੈ, ਉਹਨੂੰ ਕਾਹਦੇ ਨਾਲ ਰਿਪਲੇਸ ਕੀਤਾ? ਜਿਹੜਾ ਵੋਲਟੇਜ ਡਿਵਾਈਡਰ ਦਾ, ਆਹ ਦੇਖੋ ਇੱਕ ਵਾਇਰ ਤੇ ਵੋਲਟੇਜ ਡਿਵਾਈਡਰ ਨਾਲ ਕਨੈਕਟ ਕਰਤੀ। ਠੀਕ ਹੈ, ਦੂਸਰੀ ਵਾਇਰ ਕਾਹਦੇ ਨਾਲ ਕਨੈਕਟ ਕਰਤੀ? ਸੈਕਿੰਡ ਸਟੇਜ ਦੀ ਇਨਪੁੱਟ 'ਤੇ। ਸਮਝ ਗਏ? ਸੈਕੰਡਰੀ ਵਾਈਂਡਿੰਗ ਆਫ ਟਰਾਂਸਫਾਰਮਰ ਰਿਪਲੇਸ ਦਾ ਵਾਇਰ ਬਿਟਵੀਨ ਵੋਲਟੇਜ ਡਿਵਾਈਡਰ ਐਂਡ ਦਾ ਬੇਸ ਆਫ ਦਾ ਸੈਕਿੰਡ ਸਟੇਜ। ਠੀਕ ਹੈ, ਸਿੰਪਲ ਹੈ।
ਹੁਣ ਆਪਾਂ ਇਹਦੇ 'ਚ ਕੰਸਟਰਕਸ਼ਨ ਆਪਾਂ ਆਲਰੇਡੀ ਦੇਖ ਚੁੱਕੇ ਆ, ਇਹ 'ਚ ਕੀ ਕੁਛ ਲੱਗਿਆ ਹੋਇਆ। ਦੋ ਆਪਣੇ ਕੋਲੇ ਟਰਾਂजिस्टर ਲੱਗੇ ਹੋਏ ਆ, ਠੀਕ ਹੈ, ਲੱਗੇ ਹੋਏ ਨਾ Q1 ਐਂਡ Q2। ਐਂਪਲੀਫਾਇਰ ਕੰਸਿਸਟ ਆਫ 2 ਸਟੇਜ ਐਂਪਲੀਫਾਇਰ, 2 ਸਟੇਜ ਹੈ ਨਾ, ਤਾਂ ਕਰਕੇ ਆਪਣੇ ਕੋਲੇ ਦੋ ਟਰਾਂजिस्टर ਲੱਗੇ ਹੋਏ ਨੇ, ਠੀਕ ਹੈ। ਸੈਕਿੰਡ ਪੁਆਇੰਟ ਹੈ ਐਂਪਲੀਫਾਈਡ ਆਊਟਪੁੱਟ ਆਊਗੀ ਜਿਹੜੀ ਪਹਿਲੀ ਸਟੇਜ ਦੀ, ਠੀਕ ਹੈ। ਪਹਿਲੀ ਸਟੇਜ ਐਂਪਲੀਫਾਇਰ ਦੀ ਜਿਹੜੀ ਐਂਪਲੀਫਾਈਡ ਆਊਟਪੁੱਟ ਆਊਗੀ ਉਹਨੂੰ ਆਪਾਂ ਕਪਲ ਕਰ ਦਾਂਗੇ ਪ੍ਰਾਇਮਰੀ ਵਾइंडिंग ਆਫ ਦੀ ਟਰਾਂਸਫਾਰਮਰ। देखो इत्थों जी कलैक्टर रीजन तो एंपलीफाइड आउटपुट आऊगी, इत्थों सी तो, ठीक है, कलैक्टर रीजन है ना ये, इत्थों एंपलीफाइड आउटपुट आऊगी, उन्होंने आप कपल कादे नाल करता, इत्थे प्राइमरी वाइंडिंग नाल कपल कर देंगे, ठीक है, कपल हो गया। हुण सैकेंडरी टर्मिनल मतलब जे प्राइमरी दे विच करंट फ्लो करूगा, ट्रांसफार्मर का यही फंक्शन है ना, तो मतलब जे नंबर ऑफ टर्नस इक्वल है ट्रांसफार्मर दियाँ, तो सैकेंडरी दे विच भी सेम करंट फ्लो करूगा, ठीक है। एंड सैकेंडरी टर्मिनल आप कादे नाल कनैक्ट किया होया, ट्रांसफार्मर इज कनैक्टेड टू इनपुट ऑफ द सैकेंड स्टेज एंपलीफायर। उत्थों आउटपुट जी आऊगी पहली स्टेज की, वो अगली स्टेज की इनपुट से चली जाऊगी। हुण इत्थे ट्रांसफार्मर दो काम करता है, किहड़े-किहड़े काम करता है, एक तो यह कपल करता एंपलीफाइड सिग्नल नूं पहली स्टेज तो जिहड़ा आ रहा वो एंपलीफाइड होके आ रहा ना सिग्नल, उन्होंने कपल कादे नाल करता है, सैकेंड स्टेज नाल। दूसरा काम की करता है, ये आइसोलेट रखता पहली स्टेज नूं दूसरी स्टेज तो, ठीक है। कादे तो आइसोलेट रखता मतलब डीसी जिहड़ा करंट है वो पहली स्टेज तो पास ना हो सके दूजी स्टेज वाल, ठीक है। जिमें अपने कोले आरसी कपल दे विच कैपेसिटर अपने कोले सिर्फ एसी पास करता सी, डीसी ब्लॉक कर दिंदा सी, कपलिंग कैपेसिटर सीगा। सेम इहदे च फंक्शन है, ट्रांसफार्मर भी मतलब डीसी करंट नूं सैकेंड स्टेज ते नहीं जाण दिंदा, ठीक है, पास नहीं होने दिंदा, सिर्फ एसी सिग्नल पास होंदा, समझ गए। हुण अपने कोल ऑपरेशन है, ऑपरेशन की है, जो आप इनपुट एसी सिग्नल वी इन अपलाई करांगे बेस ऑफ दी फर्स्ट ट्रांजिस्टर, ठीक है, एन एंपलीफाइड एसी सिग्नल फ्लोज टू दी कलैक्टर सर्किट ऑफ ट्रांजिस्टर एंड हैंस थ्रू प्राइमरी कॉइल ऑफ दी ट्रांसफार्मर, ठीक है। सिंपल है, जो लेट मी रेस, सिंपल है, जो आप इत्थे इनपुट सिग्नल अप्लाई कर देंगे, ठीक है, इन्हें की करना है, इनपुट सिग्नल एसी सिग्नल पहले ट्रांजिस्टर के बेस से चला जाऊगा, बेस से चला गया, इत्थों ये सिग्नल एंपलीफाई हो जू तो अपने को कलैक्टर से एंपलीफाइड सिग्नल आ जाऊगा, तो वह एंपलीफाइड सिग्नल किहदे थ्रू पास हो जाऊगा, प्राइमरी वाइंडिंग है जी ट्रांसफार्मर की, वो थ्रू पास हो जाऊगा, ठीक है। सैकेंड पॉइंट की है, दिस एंपलीफाइड आउटपुट जी एंपलीफाइड आउटपुट आ जाऊगी, वो ट्रांसफर हो जाऊगी सैकेंडरी साइड ऑफ कपलिंग ट्रांसफार्मर, ठीक है। अपन पता ही है, जो प्राइमरी च वाइंडिंग च कोई करंट फ्लो कर रहा तो सैकेंडरी साइड मतलब ट्रांसफार्मर की करंट फ्लो करूगा ही करूगा, ठीक है। डिपेंड करता कितना करंट फ्लो करना है, वो डिपेंड करता नंबर ऑफ टर्नस से ट्रांसफार्मर दी किनिया टर्नस ने, ठीक है, समझ गए। लास्ट ते की हो जाऊगा, सिग्नल इज फैड टू दी नैक्सट स्टेज, अगली स्टेज की इनपुट नूं चला जाऊगा सिग्नल। फिर दैन सैकेंड स्टेज की करूगी, दिस सिग्नल इज फरदर एंपलीफाइड नाउ, सैकेंड स्टेज की करूगी, जिहड़ा एंपलीफाइड सिग्नल पहली स्टेज की आउटपुट तो आया उन्होंने फरदर एंपलीफाई कर दूगी एंड अपने को आउटपुट से ट्रांसफार्मर थ्रू आप कलैक्ट कर लाँगे, ठीक है। इत्थे अपने को सिग्नल होर एंपलीफाई होकर आ जाऊगा सैकेंड स्टेज के कलैक्टर से, ठीक है, तो ट्रांसफार्मर आउटपुट से लग्या होया ये तो आप आउटपुट इत्थे कलैक्ट कर लाँगे, ठीक है, समझ आ गई। एंपलीफाइड आउटपुट अपने को कलैक्ट कर लाँगे आप। नैक्सट अपने को एडवांटेज की है, ये मतलब नो सिग्नल पावर इज लॉस्ट इन बेस रजिस्टर, मतलब ये बेस से कोई रजिस्टर नहीं हैगा, इस करके कोई सिग्नल दे मतलब सिग्नल पावर अपने को लॉस नहीं होंगी, ठीक है। इनू फैब्रिकेट करना ईजी है, सौखा बनाना इनू, ठीक है। ये गेन हायर होगा, क्यों होगा गेन हायर, हायर फ्रिक्वेंसी ते क्यों होगा, कोई गैस मतलब फॉर एग्जांपल अपने को जिमें आरसी कपल दे विच अपने को इस तरह का फ्रिक्वेंसी रिस्पॉन्स सीगा, ठीक है, दिस इज़ कॉल्ड एज ए तो इधर ते एस तो इधर, ठीक है, ये हाई फ्रिक्वेंसी कहते हैं आप इनू, हाई फ्रिक्वेंसी, ठीक है, करव, समझ गए। हाई फ्रिक्वेंसी वाले सिग्नल नू
ਆਰਸੀ ਕਪਲਡ ਐਂਪਲੀਫਾਇਰ ਸੀਗਾ ਉਹ ਐਂਪਲੀਫਾਈ ਨਹੀਂ ਕਰ ਪਾਉਂਦਾ ਸੀਗਾ, ਇਸੇ ਕਰਕੇ ਆਪਾਂ ਨੂੰ ਟਰਾਂਸਫਾਰਮਰ ਕਪਲਿੰਗ ਯੂਜ਼ ਕਰਨੀ ਪਈ। ਠੀਕ ਹੈ, ਟਰਾਂਸਫਾਰਮਰ ਕਪਲਿੰਗ ਜਦੋਂ ਯੂਜ਼ ਕਰਦੇ ਆ ਨਾ ਤਾਂ ਆਪਾਂ ਨੂੰ ਗੇਨ ਵੀ ਹੈ ਜਿਹੜਾ ਉਹ ਹਾਈ ਮਿਲਦਾ। ਠੀਕ ਹੈ, ਹਾਇਰ ਮਿਲਦਾ, ਬਟ ਇਹਦੇ ਹੋਰ ਡਰੋਬੈਕਸ ਨੇ। ਇਹਦਾ ਗੇਨ ਇਹ ਜ਼ਿਆਦਾ ਦੇ ਦਿੰਦਾ ਆਪਾਂ ਨੂੰ, ਬਟ ਇਹਦੇ ਡਰੋਬੈਕਸ ਹੋਰ ਕੀ, ਆਪਾਂ ਅੱਗੇ ਪੜ੍ਹਦੇ ਹਾਂ। ਡਿਸਐਡਵਾਂਟੇਜ ਕੀ ਹੈ, ਡਰੋਬੈਕਸ ਡਿਸਐਡਵਾਂਟੇਜ ਆਰ ਸੇਮ। ਠੀਕ ਹੈ, ਇਟ ਹੈਜ਼ ਪੂਅਰ ਫ੍ਰੀਕੁਐਂਸੀ ਰਿਸਪੌਂਸ। ਦੇਖੋ ਆਰਸੀ ਕਪਲਡ ਦਾ ਫ੍ਰੀਕੁਐਂਸੀ ਰਿਸਪੌਂਸ ਇੱਦਾਂ ਦਾ ਸੀਗਾ। ਠੀਕ ਹੈ, ਮਤਲਬ ਫਲੈਟ ਸੀਗਾ, ਇੱਥੋਂ ਫਲੈਟ ਹੈ ਨਾ, ਬਟ ਜਿਹੜਾ ਟਰਾਂਸਫਾਰਮਰ ਕਪਲਿੰਗ ਹੈ ਉਹਦਾ ਫ੍ਰੀਕੁਐਂਸੀ ਰਿਸਪੌਂਸ ਇਸ ਤਰ੍ਹਾਂ ਦਾ। ਠੀਕ ਹੈ, ਕਿੰਨਾ ਪੂਅਰ ਹੈ, ਆਪਾਂ ਨੂੰ ਫਲੈਟ ਫ੍ਰੀਕੁਐਂਸੀ ਰਿਸਪੌਂਸ ਚਾਹੀਦਾ ਹੁੰਦਾ ਵੈਸੇ, ਬਟ ਇਹਦੇ 'ਚ ਕੀ ਹੈ, ਆ ਜਿਹੜਾ ਗੇਨ ਹੈ, ਠੀਕ ਹੈ, ਗੇਨ ਇਹਦੇ 'ਚ ਘੱਟ ਹੈ, ਇਹਦੇ 'ਚ ਗੇਨ ਕੀ ਹੈ, ਦੇਖੋ ਕਿੰਨਾ ਹਾਈ ਹੈ। ਠੀਕ ਹੈ, ਇਹਦੇ 'ਚ ਆਪਾਂ ਨੂੰ ਗੇਨ ਹਾਈ ਮਿਲ ਸਕਦਾ। ਸਮਝ ਆ ਗਈ। ਪੂਅਰ ਫ੍ਰੀਕੁਐਂਸੀ ਰਿਸਪੌਂਸ ਹੈ। ਟਰਾਂਸਫਾਰਮਰਸ ਆਰ ਬਲਕਿ ਸਾਈਜ਼ 'ਚ ਵੱਡੇ ਹੁੰਦੇ ਨੇ ਅਤੇ ਮਹਿੰਗੇ ਵੀ ਹੁੰਦੇ ਨੇ। ਉਹ 'ਚ ਕੀ ਲੱਗਿਆ, ਸਿਰਫ ਆਰ ਅਤੇ ਸੀ ਲੱਗਿਆ ਹੋਇਆ। ਰਜਿਸਟਰ ਕਪੈਸਿਟਰ ਨੂੰ ਕਦੇ ਟਰਾਂਸਫਾਰਮਰ ਦੇ ਨਾਲ ਕੰਪੇਅਰ ਕਰਕੇ ਦੇਖਿਓ ਸਾਈਜ਼ ਦੇ ਵਿੱਚ। ਰਜਿਸਟਰ ਕਪੈਸਿਟਰ ਛੋਟੇ ਜਿਹੇ ਹੋਣਗੇ, ਬਟ ਟਰਾਂਸਫਾਰਮਰ ਕਿੰਨਾ ਵੱਡਾ ਹੁੰਦਾ ਸਾਈਜ਼ 'ਚ। ਇਸੇ ਕਰਕੇ ਇਹ ਸਾਈਜ਼ ਇਹਦਾ ਬਲਕੀ ਹੋ ਜਾਂਦਾ। ਠੀਕ ਹੈ, ਐਂਡ ਐਕਸਪੈਂਸਿਵ ਹੈ, ਕਿਉਂਕਿ ਰਜਿਸਟਰ ਕਪੈਸਿਟਰ ਤਾਂ ਸਸਤੇ ਆ ਜਾਂਦੇ ਐਂਡ ਟਰਾਂਸਫਾਰਮਰ ਮਹਿੰਗਾ ਹੁੰਦਾ। ਠੀਕ ਹੈ, ਲੋ ਫ੍ਰੀਕੁਐਂਸੀ ਸਿਗਨਲਸ ਆਰ ਲੈਸ ਐਂਪਲੀਫਾਈਡ। ਇਹਦੇ 'ਚ ਜਿਹੜੇ ਲੋ ਫ੍ਰੀਕੁਐਂਸੀ ਸਿਗਨਲ ਆ ਉਹ ਐਂਪਲੀਫਾਈ ਘੱਟ ਹੁੰਦੇ ਆ। ਠੀਕ ਹੈ, ਥੈਂਕ ਯੂ।